पाठ 18 हाकी दा जादूगर ध्यानचंद। आओ बच्चों इसका पाठ अभ्यास करिए। प्रश्न ऊड़ा, ध्यानचंद कौन सी? उसकी याद हर साल किवें मनाई जाती है? उत्तर, ध्यानचंद भारत का विश्व पद्धरी हाकी खिडारी सी। उसका जन्मदिन 29 अगस्त ਸਮੁੱਚੇ देश ਵਿੱਚ खेड दिवस वजों मना के उसकी याद ਨੂੰ ਤਾਜ਼ਾ ਰੱਖਿਆ ਜਾਂਦਾ ਹੈ। प्रश्न ऐड़ा, ध्यानचंद ਦਾ ਬੁੱਤ ਕਿੱਥੇ ਲੱਗਾ ਹੋਇਆ ਹੈ? ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ? ਉੱਤਰ, ध्यानचंद ਦਾ ਬੁੱਤ ਵਿਆਨਾ ਵਿੱਚ ਲੱਗਾ ਹੋਇਆ ਹੈ। ਇਹ ਬੁੱਤ ਵੇਖਣ ਵਾਲਿਆਂ ਨੂੰ ਹੈਰਾਨੀ ਦੀਆਂ ਭਾਵਨਾਵਾਂ ਨਾਲ ਭਰਦਾ ਹੈ, ਕਿਉਂਕਿ ਇਸ ਦੇ ਹੱਥ ਦੋ ਨਹੀਂ ਸਗੋਂ ਚਾਰ ਹਨ ਤੇ ਚੌਹਾਂ ਵਿੱਚ ਹੀ ਹਾਕੀ ਸਟਿੱਕਾਂ ਹਨ। ਪ੍ਰਸ਼ਨ ਈੜੀ, ध्यानचंद ਨੂੰ ਹਾਕੀ ਖੇਡਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ? ਉੱਤਰ, ध्यानचंद ਨੂੰ ਹਾਕੀ ਖੇਡਣ ਦਾ ਸ਼ੌਂਕ ਫੌਜ ਵਿੱਚ ਭਰਤੀ ਹੋਣ ਮਗਰੋਂ ਪੈਦਾ ਹੋਇਆ। ਭਾਰਤੀ ਫੌਜ ਵੱਲੋਂ ਕਰਵਾਏ ਟੂਰਨਾਮੈਂਟ ਵਿੱਚ ਖੇਡਦਾ ਉਹ ਵਿਸ਼ਵ ਪੱਧਰ ਤੇ ਪਹੁੰਚ ਗਿਆ। ਪ੍ਰਸ਼ਨ ਸੱਸਾ, ध्यानचंद ਦੀ ਖੇਡ ਨਾਲ ਕਿਹੜੀਆਂ ਦੰਤ ਕਥਾਵਾਂ ਜੁੜੀਆਂ ਹੋਈਆਂ ਹਨ? ਉੱਤਰ, ਇੱਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਨੇ ਹੈਰਾਨ ਹੁੰਦਿਆਂ ध्यानचंद ਨੂੰ ਪੁੱਛਿਆ ਕਿ ਉਹ ਸਟਿੱਕ ਨਾਲ ਐਨੇ ਗੋਲ ਕਿਵੇਂ ਕਰ ਲੈਂਦਾ ਹੈ। ਇੱਕ ਵਾਰੀ ਇੱਕ ਦਰਸ਼ਕ ਨੇ ਉਸ ਕੋਲ ਚੁੰਮਕੀ ਸਟਿੱਕ ਹੋਣ ਦੀ ਗੱਲ ਕਹੀ। ਕਹਿੰਦੇ ਹਨ ਕਿ ध्यानचंद ਨੇ ਸੈਰ ਕਰਨ ਵਾਲੀ ਛੜੀ ਨਾਲ ਵੀ ਗੋਲ ਕਰ ਦਿੱਤੇ। ਪ੍ਰਸ਼ਨ ਹਾਹਾ, ध्यानचंद ਕਿਸ ਪੋਜੀਸ਼ਨ ਤੇ ਖੇਡਦਾ ਸੀ ਅਤੇ ਉਸਦੀ ਹਾਕੀ ਖੇਡਣ ਦੀ ਤਕਨੀਕ ਕਿਹੋ ਜਿਹੀ ਸੀ? ਉੱਤਰ, ध्यानचंद ਸੈਂਟਰ ਫਾਰਵਰਡ ਦੀ ਪੋਜੀਸ਼ਨ ਉੱਤੇ ਖੇਡਦਾ ਸੀ, ਪਰੰਤੂ ਉਸਦੀ ਖੇਡ ਤੇਜ਼ ਤਰਾਰ ਨਹੀਂ ਸੀ, ਸਗੋਂ ਉਸਦੀ ਖੇਡ ਵਿੱਚ ਧੀਮਾਪਨ ਤੇ ਜੋਸ਼ ਨਾਲੋਂ ਹੋਸ਼ ਵਧੇਰੇ ਸੀ। ਪ੍ਰਸ਼ਨ ਕੱਕਾ, ਹਾਕੀ ਦੇ ਮੁੱਖ ਕੋਚ ਵਜੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਸਨੇ ਕਿਵੇਂ ਨਿਭਾਇਆ? ਉੱਤਰ, ध्यानचंद ਗਰਾਊਂਡ ਦੇ ਬਾਹਰ ਬੈਠ ਕੇ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸਨੂੰ ਸਤਿਕਾਰ ਨਾਲ ਦਾਦਾ ਆਖਦੇ, ਜਿਸ ਦਾ ਬੰਗਲਾ ਵਿੱਚ ਅਰਥ ਹੈ ਵੱਡਾ ਭਰਾ। ਪ੍ਰਸ਼ਨ ਖੱਖਾ, ਹਾਕੀ ਦੇ ਜਾਦੂਗਰ ध्यानचंद ਨੂੰ ਕਿਹੜੇ ਸਨਮਾਨ ਪ੍ਰਾਪਤ ਹੋਏ? ਉੱਤਰ, 1956 ਵਿੱਚ ध्यानचंद ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਦਾ ਖਿਤਾਬ ਪ੍ਰਾਪਤ ਹੋਇਆ। 1969 ਵਿੱਚ ਉਸਦੀ ਮੌਤ ਤੋਂ 1 ਸਾਲ ਮਗਰੋਂ ਉਸਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿੱਚ ਇੱਕ ਵਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸਨੂੰ ਸਮਰਪਿਤ ਹੈ। ਨੰਬਰ 2, ਔਖੇ ਸ਼ਬਦਾਂ ਦੇ ਅਰਥ। ਆਦਮ ਕੱਦ, ਆਦਮੀ ਦੇ ਪੂਰੇ ਕੱਦ ਦਾ। ਭਾਵਨਾਵਾਂ, ਵਿਚਾਰ ਜਾਂ ਖਿਆਲ। ਮੁਜ਼ਾਹਰਾ, ਇਸਦਾ ਅਰਥ ਹੈ ਵਿਖਾਵਾ ਜਾਂ ਪ੍ਰਦਰਸ਼ਨ। ਚਰਚੇ, ਅਥਾਤ ਜ਼ਿਕਰ ਜਾਂ ਹਰ ਪਾਸੇ ਗੱਲਾਂ ਹੋਣੀਆਂ। ਅਹੁਦਾ, ਪਦਵੀ। ਹਲੀਮੀ, ਇਸਦਾ ਅਰਥ ਹੈ ਨਿਮਰਤਾ। ਤਰਜੀਹ, ਪਹਿਲ। ਤਕਰੀਬਨ, ਲਗਭਗ ਜਾਂ ਨੇੜੇ ਤੇੜੇ। ਛੜੀ, ਸੋਟੀ। ਸ਼ਿਰਕਤ ਕਰਨਾ, ਇਸਦਾ ਅਰਥ ਹੈ ਸ਼ਾਮਲ ਹੋਣਾ। ਅਕਸਰ, ਆਮ ਤੌਰ ਤੇ ਜਾਂ ਬਹੁਤ ਵਾਰ। ਰਫਤਾਰ, ਚਾਲ ਜਾਂ ਗਤੀ। ਧੀਮਾਪਨ, ਹੌਲੀ ਹੌਲੀ ਜਾਂ ਮੱਠੀ ਚਾਲ। ਨਕਾਰਦਾ, ਇਸਦਾ ਅਰਥ ਹੈ ਇਨਕਾਰ ਕਰਦਾ। ਚਕਾਨੀ, ਅਰਥਾਤ ਝਾਂਸਾ, ਚਕਮਾ ਜਾਂ ਧੋਖਾ। ਹਿੰਦੁਸਤਾਨੀ ਬੋਲੀ, ਸੌਖੀ ਹਿੰਦੀ ਤੇ ਉਰਦੂ ਭਾਸ਼ਾ। ਪੁਰਸਕਾਰ, ਇਨਾਮ। ਖਿਤਾਬ, ਇਸਦਾ ਅਰਥ ਹੈ ਉਪਾਧੀ ਜਾਂ ਪਦਵੀ। ਸਿਮਰਤੀ, ਯਾਦ। ਨੰਬਰ 3, ਵਾਕਾਂ ਵਿੱਚ ਵਰਤੋ। ਪਹਿਲਾ, ਸ਼ਰਧਾਂਜਲੀ। ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਦੂਜਾ, ਜ਼ਿਕਰ। ਮੋਹਨ ਨੇ ਮੈਨੂੰ ਕੱਲ੍ਹ ਸਕੂਲ ਵਿੱਚ ਹੋਏ ਪ੍ਰੋਗਰਾਮ ਦਾ ਜ਼ਿਕਰ ਕੀਤਾ। ਤੀਜਾ, ਯੋਗਦਾਨ। ਭਾਰਤੀ ਹਾਕੀ ਵਿੱਚ ध्यानचंद ਦਾ ਮਹਾਨ ਯੋਗਦਾਨ ਹੈ। ਚੌਥਾ, ਪੇਸ਼ਕਸ਼। ਇੱਕ ਦਾਨੀ ਸੱਜਣ ਨੇ ਸਾਡੇ ਸਕੂਲ ਲਾਇਬ੍ਰੇਰੀ ਲਈ 500 ਪੁਸਤਕਾਂ ਦੇਣ ਦੀ ਪੇਸ਼ਕਸ਼ ਕੀਤੀ। ਪੰਜਵਾਂ, ਅਦਬ। ਸਾਨੂੰ ਆਪਣਿਆਂ ਤੋਂ ਵੱਡਿਆਂ ਨਾਲ ਅਦਬ ਨਾਲ ਪੇਸ਼ ਆਉਣਾ ਚਾਹੀਦਾ ਹੈ। ਛੇਵਾਂ, ਸੰਨਿਆਸ ਲੈ ਲੈਣਾ। 3 ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਮਗਰੋਂ ध्यानचंद ਨੇ ਹਾਕੀ ਤੋਂ ਸੰਨਿਆਸ ਲੈ ਲਿਆ।
7ਵਾਂ ਦੰਤ ਕਥਾਵਾਂ। ਧਿਆਨ ਚੰਦ ਦੀ ਖੇਡ ਨਾਲ ਕਈ ਦੰਤ ਕਥਾਵਾਂ ਜੁੜੀਆਂ ਹਨ। 8ਵਾਂ ਸਿਜਦਾ ਕਰਨਾ। ਅਸੀਂ ਸ਼ੇਸ਼ਾ ਬਲੀ ਦੀ ਦਰਗਾਹ ਉੱਤੇ ਸਿਜਦਾ ਕਰਨ ਗਏ। 9ਵਾਂ ਵਿਲਖਣ। ਧਿਆਨ ਚੰਦ ਵਿਲਖਣ ਤਰੀਕੇ ਦੀ ਹਾਕੀ ਖੇਡਦਾ ਸੀ। 10ਵਾਂ ਤੇਜ਼ ਤਰਾਰ। ਧਨਰਾਜ ਪਿੱਲੇ ਤੇਜ਼ ਤਰਾਰ ਹਾਕੀ ਖੇਡਦਾ ਸੀ। 11ਵਾਂ ਘਾਤਕ। ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ। 12ਵਾਂ ਦਾਤ ਦੇਣਾ। ਖਿਡਾਰੀਆਂ ਦੀ ਸ਼ਾਨਦਾਰ ਖੇਡ ਵੇਖ ਕੇ ਲੋਕ ਤਾੜੀਆਂ ਮਾਰ ਕੇ ਦਾਤ ਦੇ ਰਹੇ ਸਨ। 13ਵਾਂ ਸਮਰਪਿਤ ਕਰਨਾ। ਇਸ ਦਾ ਵਾਕ ਬਣੇਗਾ, ਸਫਲ ਹੋਣ ਲਈ ਸਾਨੂੰ ਆਪਣੇ ਆਪ ਨੂੰ ਕੰਮ ਵਿੱਚ ਸਮਰਪਿਤ ਕਰਨਾ ਚਾਹੀਦਾ ਹੈ। ਬੱਚਿਓ, ਇਸੀ ਸਾਡਾ ਪਾਠ ਧਿਆਨ ਚੰਦ ਅਤੇ ਉਸ ਦਾ ਪਾਠ ਅਭਿਆਸ। ਜਲਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ। ਧੰਨਵਾਦ।